ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲਸ ਵਿੱਚ ਤੁਹਾਡਾ ਸਵਾਗਤ ਹੈ। ਮੈਂ ਬ੍ਰਿਜਰਾਜ ਕੰਪਿਊਟਰ ਟੀਚਰ। ਅੱਜ ਅਸੀਂ ਸਬਜੈਕਟ ਕੰਪਿਊਟਰ ਸਾਇੰਸ ਜਮਾਤ 10ਵੀਂ ਪਾਠ 6 ਆਪਰੇਟਿੰਗ ਸਿਸਟਮ ਵਿੱਚ ਇਸ ਪਾਠ ਦੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਅਤੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪੜਾਂਗੇ। ਆਓ ਦੇਖਦੇ ਹਾਂ। ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ, ਆਪਰੇਟਿੰਗ ਸਿਸਟਮ ਕੀ ਹੁੰਦਾ ਹੈ? ਆਪਰੇਟਿੰਗ ਸਿਸਟਮ ਇੱਕ ਸਿਸਟਮ ਸੌਫਟਵੇਅਰ ਹੈ। ਇਹ ਯੂਜ਼ਰ ਅਤੇ ਹਾਰਡਵੇਅਰ ਵਿਚਕਾਰ ਇੱਕ ਮਾਧਿਅਮ ਦਾ ਕੰਮ ਕਰਦਾ ਹੈ। ਇਸ ਤੋਂ ਬਿਨਾਂ ਕੰਪਿਊਟਰ ਕੋਈ ਵੀ ਕੰਮ ਨਹੀਂ ਕਰ ਸਕਦਾ। ਉਦਾਹਰਨ ਵਜੋਂ MS DOS ਜਿੱਦਾਂ ਮਾਈਕਰੋਸਾਫਟ ਡਿਸਕ ਆਪਰੇਟਿੰਗ ਸਿਸਟਮ, MS ਵਿੰਡੋਜ਼ ਦੇ ਵਿੱਚ ਕਾਫੀ ਆਪਰੇਟਿੰਗ ਸਿਸਟਮ ਆ ਜਾਂਦੇ ਨੇ ਜਿੱਦਾਂ Windows 7, Windows 8, Windows 10, Windows XP, Unix ਤੇ Linux। ਇਹ ਸਾਰੇ ਕਿਹਦੇ ਉਦਾਹਰਨ ਨੇ? ਆਪਰੇਟਿੰਗ ਸਿਸਟਮ ਦੀ। ਤੇ ਸਾਡਾ ਮੋਬਾਈਲ ਹੈ, ਮੋਬਾਈਲ 'ਚ ਵੀ ਜਿਹੜਾ ਆਪਰੇਟਿੰਗ ਸਿਸਟਮ ਵਰਤਿਆ ਜਾਂਦਾ ਉਹ ਕਿਹੜਾ ਹੁੰਦਾ ਹੈ? ਐਂਡਰੋਇਡ। ਤੇ ਸਾਡਾ ਕੰਪਿਊਟਰ ਹੈ ਜਿੱਦਾਂ ਕਿਸੇ 'ਚ Windows 7 ਹੁੰਦੀ ਹੈ, ਕਿਸੇ 'ਚ Windows 8 ਹੁੰਦੀ ਹੈ। ਜੇਕਰ ਤੁਹਾਡੇ ਕੰਪਿਊਟਰ ਦੇ ਵਿੱਚ ਆਪਰੇਟਿੰਗ ਸਿਸਟਮ ਖਰਾਬ ਹੋ ਜਾਵੇ ਤਾਂ ਕੰਪਿਊਟਰ ਕੰਮ ਕਰਨਾ ਬੰਦ ਕਰ ਦੇਵੇਗਾ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਆਪਰੇਟਿੰਗ ਸਿਸਟਮ ਇੱਕ ਅਜਿਹਾ ਸੌਫਟਵੇਅਰ ਹੈ ਜਿਹਦੀ ਮਦਦ ਨਾਲ ਸਾਡਾ ਕੰਪਿਊਟਰ ਕੰਮ ਕਰਦਾ ਹੈ। ਦੂਸਰਾ ਪ੍ਰਸ਼ਨ ਹੈ, ਆਪਰੇਟਿੰਗ ਸਿਸਟਮ ਦੀਆਂ ਕਿਸਮਾਂ ਦੱਸੋ। ਆਪਰੇਟਿੰਗ ਸਿਸਟਮ ਦੀਆਂ ਹੇਠ ਲਿਖੀਆਂ ਕਿਸਮਾਂ ਹਨ। ਨੰਬਰ 1, ਬੈਚ ਪ੍ਰੋਸੈਸਿੰਗ ਆਪਰੇਟਿੰਗ ਸਿਸਟਮ। ਇਸ ਨੂੰ ਆਫਲਾਈਨ ਆਪਰੇਟਿੰਗ ਸਿਸਟਮ ਵੀ ਕਿਹਾ ਜਾਂਦਾ ਹੈ। ਇਸ ਆਪਰੇਟਿੰਗ ਸਿਸਟਮ ਵਿੱਚ ਯੂਜ਼ਰ ਸਿੱਧੇ ਤੌਰ ਤੇ ਕੰਪਿਊਟਰ ਨਾਲ ਨਹੀਂ ਜੁੜਿਆ ਹੁੰਦਾ ਤੇ ਇਸ ਦੀ ਵਰਤੋਂ ਅੱਜ ਕੱਲ੍ਹ ਬਿਲਕੁਲ ਨਹੀਂ ਹੁੰਦੀ। ਇਸ ਵਿੱਚ ਯੂਜ਼ਰ ਕੀ ਕਰਦਾ ਹੈ ਕਿ ਆਪਣੇ ਕੰਮ ਨੂੰ ਆਫਲਾਈਨ ਤਿਆਰ ਕਰਦਾ ਹੈ। ਉਸ ਤੋਂ ਬਾਅਦ ਕਿਸੇ ਕੰਪਿਊਟਰ ਸੈਂਟਰ ਵਿੱਚ ਜਾ ਕੇ ਆਪਣਾ ਡਾਟਾ ਹੈ ਜਾਂ ਜੋ ਸਮੱਸਿਆ ਹੈ ਜਾਂ ਜਿਹਨੂੰ ਕੰਪਿਊਟਰਾਈਜ਼ ਕਰਵਾਉਣਾ ਹੈ ਉਹ ਕਿਸੇ ਆਪਰੇਟਰ ਨੂੰ ਜਮ੍ਹਾਂ ਕਰਵਾ ਦਿੰਦਾ ਸੀ। ਉਸ ਤੋਂ ਬਾਅਦ ਉਹ ਜਿਹੜਾ ਆਪਰੇਟਰ ਹੁੰਦਾ ਸੀ ਉਹ ਇੱਕੋ ਕਿਸਮ ਦੇ ਡਾਟੇ ਨੂੰ ਇਕੱਠਾ ਕਰਕੇ ਉਹਦਾ ਇੱਕ ਬੈਚ ਬਣਾ ਲੈਂਦਾ ਸੀ ਤੇ ਗਰੁੱਪ ਬਣਾ ਲੈਂਦਾ ਸੀ। ਉਸ ਤੋਂ ਬਾਅਦ ਉਹ ਕੀ ਕਰਦਾ, ਉਸੇ ਬੈਚ ਨੂੰ, ਉਸੇ ਗਰੁੱਪ ਨੂੰ ਇੱਕ ਇੱਕ ਕਰਕੇ ਉਸੇ ਆਰਡਰ 'ਚ ਐਗਜ਼ੀਕਿਊਟ ਕਰਦਾ ਸੀ ਤੇ ਬਾਅਦ ਵਿੱਚ ਜਿਹੜੇ ਯੂਜ਼ਰਸ ਨੇ ਆਪਣੀ ਸਮੱਸਿਆਵਾਂ ਦਿੱਤੀਆਂ ਹੁੰਦੀਆਂ ਸੀ, ਆਪਣੀ ਇਨਪੁਟ ਦਿੱਤੀ ਹੁੰਦੀ ਸੀ, ਉਹਨਾਂ ਨੂੰ ਬਾਅਦ 'ਚੋਂ ਆਊਟਪੁੱਟ ਦੇ ਰੂਪ 'ਚ ਵਾਪਿਸ ਕਰ ਦਿੰਦਾ ਸੀ। ਤੇ ਅੱਜ ਕੱਲ੍ਹ ਇਸ ਦੀ ਵਰਤੋਂ ਨਹੀਂ ਹੁੰਦੀ। ਇਹ ਸਭ ਤੋਂ ਪੁਰਾਣਾ ਆਪਰੇਟਿੰਗ ਸਿਸਟਮ ਹੈ। ਨੰਬਰ 2, ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ। ਜਿੱਦਾਂ ਦੇ ਨਾਮ ਤੋਂ ਹੀ ਕਲੀਅਰ ਹੈ, ਟਾਈਮ ਸ਼ੇਅਰਿੰਗ। ਟਾਈਮ ਸ਼ੇਅਰਿੰਗ ਇੱਕ ਅਜਿਹੀ ਤਕਨੀਕ ਹੈ ਜੋ ਕਿ ਵੱਖਰੇ ਵੱਖਰੇ ਕੰਪਿਊਟਰਾਂ ਤੇ ਬੈਠੇ ਲੋਕਾਂ ਨੂੰ ਇੱਕ ਹੀ ਸਮੇਂ ਵਿੱਚ ਖਾਸ ਕੰਪਿਊਟਰ ਸਿਸਟਮ ਨੂੰ ਵਰਤਣ ਦੇ ਯੋਗ ਬਣਾਉਂਦਾ ਹੈ। ਕੰਪਿਊਟਰ ਦੇ ਵੱਖ-ਵੱਖ ਰਿਸੋਰਸਿਸ ਹੁੰਦੇ ਨੇ ਜਿੱਦਾਂ ਕਿ CPU, ਇਨਪੁਟ ਜੰਤਰ, ਆਊਟਪੁੱਟ ਜੰਤਰ, ਸਟੋਰੇਜ ਜੰਤਰ, ਰੈਮ ਵਗੈਰਾ। ਟਾਈਮ ਸ਼ੇਅਰਿੰਗ ਸਿਸਟਮ 'ਚ ਹੁੰਦਾ ਹੈ ਕਿ ਜਿਹੜੇ ਵੀ ਮਤਲਬ ਕਹਿ ਸਕਦੇ ਆ ਕਿ ਪ੍ਰੋਗਰਾਮ ਨੂੰ ਕੋਈ ਰਿਸੋਰਸ ਚਾਹੀਦਾ ਹੈ ਤੇ ਕੀ ਕਰੇਗਾ ਟਾਈਮ ਸ਼ੇਅਰਿੰਗ ਸਿਸਟਮ? ਕਿਸੇ ਨੂੰ CPU ਦੇ ਦੇਗਾ, ਕਿਸੇ ਨੂੰ ਇਨਪੁਟ ਡਿਵਾਈਸਿਸ, ਕਿਸੇ ਨੂੰ ਆਊਟਪੁੱਟ ਡਿਵਾਈਸਿਸ, ਕਿਸੇ ਨੂੰ ਰੈਮ ਤੇ ਕਿਸੇ ਨੂੰ ਸਟੋਰੇਜ ਜੰਤਰ। ਜਿਹਦੇ ਨਾਲ ਕੀ ਹੋਣਗੇ, ਸਾਰੇ ਜਿੰਨੇ ਵੀ ਪ੍ਰੋਗਰਾਮ ਹੈ ਇੱਕ ਟਾਈਮ ਤੇ ਕੰਮ ਕਰਦੇ ਰਹਿਣਗੇ, ਕਿਸੇ ਨੂੰ ਵੀ ਵੇਟ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਤੇ ਜਿਹੜਾ ਆਪਣਾ ਕੰਮ ਖਤਮ ਕਰਦਾ ਜਾਏਗਾ ਉਹਨੂੰ ਦੂਸਰਾ ਰਿਸੋਰਸ ਮਿਲਦਾ ਜਾਵੇਗਾ। ਨੰਬਰ 3, ਡਿਸਟਰੀਬਿਊਟਡ ਆਪਰੇਟਿੰਗ ਸਿਸਟਮ। ਡਿਸਟਰੀਬਿਊਟਡ ਆਪਰੇਟਿੰਗ ਸਿਸਟਮ ਜਿਹੜਾ ਹੈ ਇਹਦੇ ਵਿੱਚ ਕੰਮਾਂ ਨੂੰ ਵੱਖ-ਵੱਖ ਭਾਗਾਂ ਵਿੱਚ ਵੰਡ ਦਿੱਤਾ ਜਾਂਦਾ ਹੈ। ਮਤਲਬ ਕਿ ਜਿਹੜਾ ਡਿਸਟਰੀਬਿਊਟਡ ਸਿਸਟਮ ਹੈ ਇਹ ਮਲਟੀਪਲ ਰੀਅਲ ਟਾਈਮ ਐਪਲੀਕੇਸ਼ਨ ਅਤੇ ਮਲਟੀਪਲ ਯੂਜ਼ਰ ਨੂੰ ਸੇਵਾ ਦੇਣ ਲਈ ਮਲਟੀਪਲ ਕੇਂਦਰੀ ਪ੍ਰੋਸੈਸਰ ਦੀ ਵਰਤੋਂ ਕਰਦਾ ਹੈ। ਮਤਲਬ ਕਿ ਇਹਦੇ 'ਚ ਮਲਟੀਪਲ CPU ਵਰਤੇ ਜਾਂਦੇ ਹਨ ਤੇ ਇਹਦੇ ਵਿੱਚ ਜਿਹੜੇ ਡਾਟਾ ਪ੍ਰੋਸੈਸਿੰਗ ਦੇ ਕੰਮ ਨੇ ਉਹਨੂੰ ਪ੍ਰੋਸੈਸਰ ਦੀ ਤਰਤੀਬ ਦੇ ਅਨੁਸਾਰ ਵੰਡਿਆ ਜਾਂਦਾ ਹੈ। ਤੀਸਰਾ ਹੈ ਰੀਅਲ ਟਾਈਮ ਆਪਰੇਟਿੰਗ ਸਿਸਟਮ। ਰੀਅਲ ਟਾਈਮ ਆਪਰੇਟਿੰਗ ਸਿਸਟਮ ਨੂੰ ਡਾਟਾ ਆਪਰੇਟਿੰਗ ਸਿਸਟਮ ਵੀ ਕਿਹਾ ਜਾਂਦਾ ਹੈ। ਇਸ ਆਪਰੇਟਿੰਗ ਸਿਸਟਮ 'ਚ ਕੀ ਹੁੰਦਾ ਹੈ ਕਿ ਜਿਹੜਾ ਵੀ ਕੋਈ ਕੰਮ ਸਾਨੂੰ ਇਮੀਡੀਏਟਲੀ ਰਿਸਪੌਂਸ ਚਾਹੀਦਾ ਹੋਵੇ, ਜਲਦੀ ਤੋਂ ਜਲਦੀ ਚਾਹੀਦਾ ਹੋਵੇ ਤੇ ਉਸ ਟਾਈਮ ਤੇ ਰੀਅਲ ਟਾਈਮ ਆਪਰੇਟਿੰਗ ਸਿਸਟਮ ਵਰਤਿਆ ਜਾਂਦਾ ਹੈ। ਤੀਸਰਾ ਹੈ ਨੈਟਵਰਕ ਆਪਰੇਟਿੰਗ ਸਿਸਟਮ। ਜਿਹੜਾ ਨੈਟਵਰਕ ਆਪਰੇਟਿੰਗ ਸਿਸਟਮ ਹੈ ਇਹ ਸਰਵਰ ਤੇ ਚੱਲਦਾ ਹੈ ਤੇ ਸਰਵਰ ਤੇ ਜਦੋਂ ਚੱਲਦਾ ਹੈ ਤੇ ਬਾਕੀ ਜਿੰਨੇ ਵੀ ਇਹਦੇ ਨਾਲ ਐਪਲੀਕੇਸ਼ਨਸ ਜਾਂ ਡਾਟਾ ਜਾਂ ਯੂਜ਼ਰ ਜੁੜੇ ਹੁੰਦੇ ਹਨ ਤੇ ਉਹਨਾਂ ਦਾ ਵੀ ਇਹ ਨੈਟਵਰਕਿੰਗ ਨਾਲ ਪ੍ਰਬੰਧ ਕਰਦਾ ਹੈ। ਤੀਸਰਾ ਪ੍ਰਸ਼ਨ ਹੈ ਰੀਅਲ ਟਾਈਮ ਆਪਰੇਟਿੰਗ ਸਿਸਟਮ ਦੀ ਵਿਆਖਿਆ ਕਰੋ।
ਇਸ ਆਪਰੇਟਿੰਗ ਸਿਸਟਮ ਵਿੱਚ ਇਨਪੁਟ ਦੇਣ ਦੀ ਪ੍ਰਕਿਰਿਆ ਅਤੇ ਜਵਾਬ ਦੇਣ ਲਈ ਜੋ ਸਮਾਂ ਲੱਗਦਾ ਹੈ ਉਹ ਬਹੁਤ ਘੱਟ ਹੁੰਦਾ ਹੈ। ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜਾ ਰੀਅਲ ਟਾਈਮ ਆਪਰੇਟਿੰਗ ਸਿਸਟਮ ਹੈ ਇਹਦੀ ਜ਼ਰੂਰਤ ਉੱਥੇ ਪੈਂਦੀ ਹੈ ਜਿੱਥੇ ਸਾਨੂੰ ਇਮੀਡੀਏਟਲੀ ਰਿਸਪੌਂਸ ਚਾਹੀਦਾ ਹੋਵੇ, ਜਲਦੀ ਤੋਂ ਜਲਦੀ ਰਿਸਪੌਂਸ ਚਾਹੀਦਾ ਹੋਵੇ, ਮਤਲਬ ਵੇਟ ਨਾ ਕਰਨੀ ਪਵੇ। ਇਸ ਨੂੰ ਡਾਟਾ ਆਪਰੇਟਿੰਗ ਸਿਸਟਮ ਵੀ ਕਿਹਾ ਜਾਂਦਾ ਹੈ। ਜਿਹੜਾ ਤੁਹਾਡਾ ਰੀਅਲ ਟਾਈਮ ਆਪਰੇਟਿੰਗ ਸਿਸਟਮ ਹੈ ਇਸ ਦੀ ਵਰਤੋਂ ਹੁੰਦੀ ਹੈ ਜਿੱਦਾਂ ਕੋਈ ਕਿਸੇ ਨੇ ਸਾਇੰਟੀਫਿਕ ਤਜਰਬੇ ਕਰਨੇ ਨੇ, ਕੋਈ ਹਥਿਆਰ ਸਿਸਟਮ ਹੈ ਜਿੱਦਾਂ ਆਰਮੀ ਦਾ, ਰੋਬੋਟ ਹੈ, 에ਅਰ ਟ੍ਰੈਫਿਕ ਕੰਟਰੋਲ ਸਿਸਟਮ ਹੈ, ਉਹਨਾਂ ਵਿੱਚ ਰੀਅਲ ਟਾਈਮ ਆਪਰੇਟਿੰਗ ਸਿਸਟਮ ਵਰਤਿਆ ਜਾਂਦਾ ਹੈ। ਚੌਥਾ ਪ੍ਰਸ਼ਨ ਹੈ ਆਪਰੇਟਿੰਗ ਸਿਸਟਮ ਦੇ ਕੀ ਕੰਮ ਹੁੰਦੇ ਹਨ, ਇੱਕ ਸੂਚੀ ਬਣਾਓ। ਆਪਰੇਟਿੰਗ ਸਿਸਟਮ ਦੇ ਮੁੱਖ ਕੰਮ ਹੇਠ ਲਿਖੇ ਅਨੁਸਾਰ ਹਨ। ਪਹਿਲਾ ਹੈ ਪ੍ਰੋਗਰਾਮਾਂ ਨੂੰ ਲਾਗੂ ਕਰਨਾ, ਮਤਲਬ ਕਿ ਜਿੰਨੇ ਵੀ ਪ੍ਰੋਗਰਾਮ ਕੰਪਿਊਟਰ ਦੇ ਵਿੱਚ ਚੱਲ ਰਹੇ ਨੇ ਉਹਨਾਂ ਨੂੰ ਕੌਣ ਲਾਗੂ ਕਰਦਾ ਹੈ, ਆਪਰੇਟਿੰਗ ਸਿਸਟਮ। ਨੰਬਰ 2 ਹੈ ਇਨਪੁਟ ਆਊਟਪੁੱਟ ਆਪਰੇਸ਼ਨ। ਇਨਪੁਟ ਆਊਟਪੁੱਟ ਆਪਰੇਸ਼ਨ ਦਾ ਅਰਥ ਹੈ ਕਿਸੇ ਫਾਈਲ ਨੂੰ ਰੀਡ ਕਰਨਾ ਜਾਂ ਰਾਈਟ ਕਰਨਾ। ਰੀਡ ਦਾ ਮਤਲਬ ਹੁੰਦਾ ਹੈ ਫਾਈਲ ਨੂੰ ਪੜ੍ਹਨਾ ਤੇ ਰਾਈਟ ਦਾ ਮਤਲਬ ਹੁੰਦਾ ਫਾਈਲ ਨੂੰ ਆਊਟਪੁੱਟ ਦੇਣਾ। ਤੀਸਰਾ ਪੁਆਇੰਟ ਹੈ ਫਾਈਲ ਸਿਸਟਮ ਨਾਲ ਕੰਮ ਕਰਨਾ। ਇਸ ਦਾ ਅਰਥ ਹੈ ਕਿ ਆਪਰੇਟਿੰਗ ਸਿਸਟਮ ਕੀ ਕਰਦਾ ਹੈ ਕਿ ਜਿੰਨੀਆਂ ਵੀ ਕੰਪਿਊਟਰ ਦੇ ਅੰਦਰ ਫਾਈਲਾਂ ਬਣੀਆਂ ਉਹਨਾਂ ਨੂੰ ਜੇਕਰ ਅਸੀਂ ਕਾਪੀ ਕਰਨਾ ਚਾਹੁੰਦੇ ਹਾਂ, ਮੂਵ ਕਰਨਾ ਚਾਹੁੰਦੇ ਹਾਂ ਜਾਂ ਡਿਲੀਟ ਕਰਨਾ ਚਾਹੁੰਦੇ ਹਾਂ ਤੇ ਉਹ ਵੀ ਕੌਣ ਕਰਦਾ ਹੈ, ਆਪਰੇਟਿੰਗ ਸਿਸਟਮ। ਚੌਥਾ ਪੁਆਇੰਟ ਹੈ ਸੰਚਾਰ ਕਰਨਾ। ਇਸ ਦਾ ਅਰਥ ਹੈ ਕੰਪਿਊਟਰ ਦੇ ਅੰਦਰ ਸੂਚਨਾ ਦਾ ਆਦਾਨ ਪ੍ਰਦਾਨ ਕਰਨਾ। ਪੰਜਵਾਂ ਪੁਆਇੰਟ ਹੈ ਗਲਤੀਆਂ ਲੱਭਣਾ, ਮਤਲਬ ਕਿ ਜੇਕਰ ਕੰਪਿਊਟਰ ਦੇ ਅੰਦਰ ਕੋਈ ਗਲਤੀ ਹੋ ਜਾਂਦੀ ਹੈ, ਕੋਈ ਐਰਰ ਆ ਜਾਂਦਾ ਹੈ ਤੇ ਆਪਰੇਟਿੰਗ ਸਿਸਟਮ ਲਗਾਤਾਰ ਗਲਤੀਆਂ ਨੂੰ ਚੈੱਕ ਕਰਦਾ ਹੈ ਤੇ ਉਹਨਾਂ ਨੂੰ ਠੀਕ ਵੀ ਕਰਦਾ ਹੈ। ਛੇਵਾਂ ਪੁਆਇੰਟ ਹੈ ਰਿਸੋਰਸ ਐਲੋਕੇਸ਼ਨ। ਰਿਸੋਰਸ ਐਲੋਕੇਸ਼ਨ ਨੂੰ ਰਿਸੋਰਸ ਮੈਨੇਜਮੈਂਟ ਵੀ ਕਿਹਾ ਜਾਂਦਾ ਹੈ। ਇਸ ਦਾ ਕੰਮ ਕੀ ਹੈ ਕਿ ਜਿੰਨੇ ਵੀ ਪ੍ਰੋਗਰਾਮ ਕੰਪਿਊਟਰ ਦੇ ਅੰਦਰ ਚੱਲਦੇ ਪਏ ਹੈ ਉਹਨਾਂ ਨੂੰ ਰਿਸੋਰਸ ਐਲੋਕੇਟ ਕਰਨਾ। ਰਿਸੋਰਸਿਸ ਕਿਹੜੇ ਕਿਹੜੇ ਹੁੰਦੇ ਨੇ ਕੰਪਿਊਟਰ ਦੇ ਅੰਦਰ, ਮੈਮਰੀ, ਫਿਰ ਇਨਪੁਟ ਆਊਟਪੁੱਟ, ਸਟੋਰੇਜ, CPU ਆਦਿ। ਮਤਲਬ ਕਿ ਆਪਰੇਟਿੰਗ ਸਿਸਟਮ ਡਿਸਾਈਡ ਕਰਦਾ ਕਿ ਕਿਹੜੇ ਪ੍ਰੋਗਰਾਮ ਨੂੰ ਕਦੋਂ ਕੋਈ ਰਿਸੋਰਸ ਐਲੋਕੇਟ ਕਰਨਾ ਹੈ ਤੇ ਕਦੋਂ ਵਾਪਸ ਲੈਣਾ ਹੈ ਕੰਮ ਹੋਣ ਤੋਂ ਬਾਅਦ। ਤੇ ਸੱਤਵਾਂ ਪੁਆਇੰਟ ਹੈ ਸੁਰੱਖਿਆ, ਕਿ ਆਪਰੇਟਿੰਗ ਸਿਸਟਮ ਜਿੰਨੇ ਵੀ ਕੰਪਿਊਟਰ ਦੇ ਅੰਦਰ ਪ੍ਰੋਗਰਾਮ ਚੱਲਦੇ ਹੈ ਉਹਨਾਂ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਉਂਦਾ ਹੈ। ਸੁਰੱਖਿਆ ਨਾਲ ਕੀ ਹੈ, ਸਾਡੀ ਜਿਹੜੀ ਫਾਈਲ ਹੈ ਉਹਨਾਂ ਦੀ ਸੁਰੱਖਿਆ ਬਣੀ ਰਹਿੰਦੀ ਹੈ ਤੇ ਇਸ ਲਈ ਸਾਨੂੰ ਜਿਹੜਾ ਆਪਰੇਟਿੰਗ ਸਿਸਟਮ ਹੈ ਪਾਸਵਰਡ ਦੀ ਫੈਸਿਲਿਟੀ ਵੀ ਮੁਹੱਈਆ ਕਰਵਾਉਂਦਾ ਹੈ, ਜਿਹਦੇ ਨਾਲ ਉਹ ਬੰਦਾ ਹੀ ਜਾਂ ਉਹ ਯੂਜ਼ਰ ਹੀ ਫਾਈਲ ਨੂੰ ਓਪਨ ਕਰ ਸਕਦਾ ਜਿਹਦੇ ਕੋਲ ਪਾਸਵਰਡ ਹੋਵੇਗਾ। ਪੰਜਵਾਂ ਪ੍ਰਸ਼ਨ ਹੈ ਕੰਪਿਊਟਰ ਸੁਰੱਖਿਆ ਤੋਂ ਤੁਸੀਂ ਕੀ ਸਮਝਦੇ ਹੋ। ਕੰਪਿਊਟਰ ਸੁਰੱਖਿਆ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਸਾਡੇ ਕੰਪਿਊਟਰ ਤੇ ਅਣਅਧਿਕਾਰਤ ਵਰਤੋਂ ਨੂੰ ਚੈੱਕ ਕਰਦੀ ਹੈ ਅਤੇ ਇਸ ਨੂੰ ਰੋਕਦੀ ਹੈ। ਮਤਲਬ ਕਿ ਜਿਹੜੀ ਤੁਹਾਡੀ ਕੰਪਿਊਟਰ ਸੁਰੱਖਿਆ ਜਾਂ ਕੰਪਿਊਟਰ ਸਿਕਿਉਰਿਟੀ ਹੈ ਇਹ ਕਰਦੀ ਹੈ ਕਿ ਕੋਈ ਅਣਅਧਿਕਾਰਤ ਪਰਸਨ ਜਾਂ ਯੂਜ਼ਰ ਤੁਹਾਡੇ ਕੰਪਿਊਟਰ ਨੂੰ ਵਰਤ ਨਹੀਂ ਰਿਹਾ ਤੇ ਜੇ ਵਰਤ ਰਿਹਾ ਤਾਂ ਉਹਨੂੰ ਰੋਕਦੀ ਹੈ ਤੇ ਉਹ ਰੋਕਣ ਲਈ ਪਾਸਵਰਡ ਦੀ ਵਰਤੋਂ ਹੋ ਸਕਦੀ ਹੈ। ਕੰਪਿਊਟਰ ਨੂੰ ਸੁਰੱਖਿਅਤ ਰੱਖਣ ਲਈ ਸਾਨੂੰ ਐਂਟੀਵਾਇਰਸ, ਐਂਟੀ ਸਪਾਈਵੇਅਰ, ਫਾਇਰਵਾਲ ਆਦਿ ਤਕਨੀਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਐਂਟੀਵਾਇਰਸ ਉਹ ਸੌਫਟਵੇਅਰ ਹੁੰਦੇ ਨੇ ਜਿਹੜੇ ਸਾਡੇ ਕੰਪਿਊਟਰ ਨੂੰ ਵਾਇਰਸ ਤੋਂ ਬਚਾਉਂਦੇ ਨੇ ਤੇ ਵਾਇਰਸ ਉਹ ਪ੍ਰੋਗਰਾਮ ਹੁੰਦੇ ਆ ਜਿਹੜੇ ਕੰਪਿਊਟਰ ਨੂੰ ਖਰਾਬ ਕਰ ਸਕਦੇ ਨੇ। ਫਿਰ ਐਂਟੀਵਾਇਰਸ ਕੀ ਹੋਏਗਾ, ਜਿਹੜਾ ਸਾਡੇ ਸਿਸਟਮ ਨੂੰ ਵਾਇਰਸ ਕੋਲੋਂ ਬਚਾਏਗਾ। ਐਂਟੀ ਸਪਾਈਵੇਅਰ, ਸਪਾਈਵੇਅਰ ਪ੍ਰੋਗਰਾਮ ਵੀ ਸਾਡੇ ਕੰਪਿਊਟਰ ਨੂੰ ਖਰਾਬ ਕਰ ਸਕਦੇ ਨੇ, ਇਹ ਆਨਲਾਈਨ ਨੈਟ ਤੋਂ ਆਉਂਦੇ ਨੇ ਤੇ ਐਂਟੀ ਸਪਾਈਵੇਅਰ ਦੇ ਨਾਲ ਕੀ ਹੈ ਕਿ ਅਸੀਂ ਆਪਣੇ ਕੰਪਿਊਟਰ ਨੂੰ ਸਪਾਈਵੇਅਰ ਜਾਂ ਮਾਲਵੇਅਰ ਪ੍ਰੋਗਰਾਮਸ ਤੋਂ ਬਚਾ ਸਕਦੇ ਹਾਂ। ਫਾਇਰਵਾਲ, ਫਾਇਰਵਾਲ ਵੀ ਸਾਡੇ ਕੰਪਿਊਟਰ ਨੂੰ ਸੁਰੱਖਿਆ ਮੁਹੱਈਆ ਕਰਵਾਉਂਦੀ ਹੈ ਕਿ ਜਿਹਦੇ ਨਾਲ ਕੋਈ ਗਲਤ ਪ੍ਰੋਗਰਾਮ ਸਿਸਟਮ ਦੇ ਅੰਦਰ ਐਂਟਰ ਨਹੀਂ ਕਰ ਸਕਦਾ। ਇਸ ਤਰ੍ਹਾਂ ਹੀ ਕਹਿ ਸਕਦੇ ਹਾਂ ਕਿ ਕੰਪਿਊਟਰ ਸੁਰੱਖਿਆ ਦਾ ਅਰਥ ਹੈ ਕੰਪਿਊਟਰ ਨੂੰ ਅਣਅਧਿਕਾਰਤ ਲੋਕਾਂ ਕੋਲੋਂ ਬਚਾਉਣਾ ਜਾਂ ਯੂਜ਼ਰ ਕੋਲੋਂ ਬਚਾਉਣਾ ਤਾਂ ਜੋ ਸਾਡਾ ਡਾਟਾ ਸੁਰੱਖਿਅਤ ਰਹੇ। ਵੱਡੇ ਉਤਰਾਂ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ ਆਪਰੇਟਿੰਗ ਸਿਸਟਮ ਦੇ ਕੰਮਾਂ ਦੀ ਵਿਆਖਿਆ ਕਰੋ। ਮਤਲਬ ਕਿ ਕੰਪਿਊਟਰ ਦੇ ਅੰਦਰ ਆਪਰੇਟਿੰਗ ਸਿਸਟਮ ਕਿਹੜੇ ਕਿਹੜੇ ਕੰਮ ਕਰਦਾ ਹੈ ਉਹਨਾਂ ਬਾਰੇ ਦੱਸੋ। ਤੁਹਾਨੂੰ ਮੈਂ ਪਹਿਲੇ ਵੀ ਦੱਸ ਚੁੱਕਿਆ ਹਾਂ ਕਿ ਆਪਰੇਟਿੰਗ ਸਿਸਟਮ ਕੀ ਹੈ। ਆਪਰੇਟਿੰਗ ਸਿਸਟਮ ਇੱਕ ਸਿਸਟਮ ਸੌਫਟਵੇਅਰ ਹੈ। ਇਸ ਤੋਂ ਬਿਨਾਂ ਸਾਡਾ ਕੰਪਿਊਟਰ ਕੰਮ ਨਹੀਂ ਕਰ ਸਕਦਾ। ਇਹ ਕੰਪਿਊਟਰ ਦਾ ਇੱਕ ਜ਼ਰੂਰੀ ਭਾਗ ਹੈ। ਤੁਹਾਨੂੰ ਦੱਸਿਆ ਹੈ ਜਿੱਦਾਂ ਸਾਡੇ ਕੰਪਿਊਟਰ 'ਚ ਵਿੰਡੋ 7, ਕਿਸੇ 'ਚ ਵਿੰਡੋ 8 ਹੁੰਦੀ ਹੈ, ਕਿਸੇ ਵਿੰਡੋ 10 ਹੁੰਦੀ ਹੈ। ਇਸੇ ਤਰ੍ਹਾਂ ਸਾਡਾ ਮੋਬਾਈਲ ਹੈ, ਮੋਬਾਈਲ 'ਚ ਕਿਹੜਾ ਆਪਰੇਟਿੰਗ ਸਿਸਟਮ ਹੁੰਦਾ ਹੈ, ਯੈਸ, ਐਂਡਰੋਇਡ। ਹੁਣ ਅਸੀਂ ਦੇਖਦੇ ਹਾਂ ਕਿ ਆਪਰੇਟਿੰਗ ਸਿਸਟਮ ਕਿਹੜੇ ਕਿਹੜੇ ਕੰਮ ਕਰਦਾ ਹੈ। ਸਭ ਤੋਂ ਪਹਿਲਾ ਪੁਆਇੰਟ ਹੈ ਪ੍ਰੋਸੈਸਰ ਮੈਨੇਜਮੈਂਟ। ਪ੍ਰੋਸੈਸਰ ਦਾ ਅਰਥ ਹੁੰਦਾ ਹੈ CPU। ਤੇ ਤੁਹਾਨੂੰ ਪਤਾ ਹੈ ਜਿਹੜਾ CPU ਹੈਗਾ ਉਹ ਕੰਪਿਊਟਰ ਦੇ ਅੰਦਰ ਜਿਹੜੇ ਹਿਸਾਬ ਕਿਤਾਬ ਦੇ ਕੰਮ ਹੈ
लॉजिकल काम है ਜਾਂ गणित ਦੇ ਕੰਮ ਹੈ ਉਹ ਕੌਣ ਕਰਦਾ ਹੈ CPU ਤੇ ਪ੍ਰੋਸੈਸਰ ਮੈਨੇਜਮੈਂਟ ਨੂੰ CPU ਦਾ ਪ੍ਰਬੰਧ ਕਰਨਾ ਵੀ ਕਿਹਾ ਜਾਂਦਾ ਹੈ। ਇਸ ਦਾ ਅਰਥ ਹੈ ਕਿ ਕੰਪਿਊਟਰ ਵਿੱਚ ਚੱਲ ਰਹੇ ਪ੍ਰੋਗਰਾਮਸ ਨੂੰ CPU ਅਲੋਟ ਕਰਨਾ ਅਤੇ ਕੰਮ ਖਤਮ ਹੋਣ ਤੋਂ ਬਾਅਦ CPU ਡੀਐਲੋਕੇਟ ਕਰਨਾ। मतलब कि ਪ੍ਰੋਸੈਸਰ ਮੈਨੇਜਮੈਂਟ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਪ੍ਰੋਗਰਾਮ ਨੂੰ CPU ਚਾਹੀਦਾ ਹੁੰਦਾ ਹੈ मतलब कि ਜਿਹੜੇ ਪ੍ਰੋਗਰਾਮ ਨੇ ਗਣਨਾਵਾਂ ਕਰਨੀਆਂ ਨੇ ਉਹਨੂੰ ਉਸ ਸਮੇਂ CPU ਦੇ ਦਿੱਤਾ ਜਾਂਦਾ ਹੈ ਅਤੇ ਜਦੋਂ ਉਹਦਾ ਕੰਮ ਖਤਮ ਹੋ ਜਾਂਦਾ ਹੈ ਤਾਂ ਉਸ ਕੋਲੋਂ CPU ਵਾਪਸ ਲੈ ਕੇ ਉਸ ਪ੍ਰੋਗਰਾਮ ਨੂੰ ਦੇ ਦਿੱਤਾ ਜਾਂਦਾ ਹੈ ਜਿਸ ਨੂੰ CPU ਚਾਹੀਦਾ ਹੋਵੇ मतलब जिसने गणनावां करनियां होण। ते CPU किहड़ा काम करदा है सब तो पहला प्रोसैसर मैनेजमेंट। नंबर 2 मैमरी मैनेजमेंट। इत्थे मैमरी का मतलब है मुख मैमरी जिन्होंने बोलते हैं रैम। तो रैम वो मैमरी हुंदी है जिथे डाटा साडा टैंपरेरली यूज हुंदा है कच्चे तौर पर यूज हुंदा है। तो CPU नूं जदों भी कोई काम करना हुंदा है तो वो रैम की वरतों करता है। मैमरी मैनेजमेंट का अर्थ है कि कंप्यूटर में चल रहे प्रोग्राम्स नूं मैमरी में स्पेस देना मतलब जिहड़े प्रोग्राम नूं रैम चाहिए है उसनूं रैम कौन मुहैया करवाउंदा है ऑपरेटिंग सिस्टम। तो जदों उस प्रोग्राम का काम खत्म हो जाएगा तो उसनूं मैमरी विचों बाहर कढ़ दिता जाएगा और नवे प्रोग्राम नूं मैमरी दे दी जाएगी जिहड़ा मैमरी विच काम करना चाहता है। तीसरा इनपुट आउटपुट मैनेजमेंट। तुहानूं पता है कि कंप्यूटर में इनपुट और आउटपुट यंत्र लगे हुंदे हन ਤੇ ऑपरेटिंग सिस्टम इनपुट आउटपुट यंत्रां ਦਾ ਧਿਆਨ ਵੀ ਰੱਖਦਾ ਹੈ ਕਿ ਕਿਹੜੇ ਪ੍ਰੋਗਰਾਮ ਨੂੰ इनपुट आउटपुट यंत्र देना है ਤੇ ਕਦੋਂ ਉਹਦੇ ਕੋਲੋਂ ਵਾਪਸ ਲੈਣਾ ਹੈ। ਤੇ ਇਸ ਦਾ ਅਰਥ ਹੈ ਕਿ ਕੰਪਿਊਟਰ ਵਿੱਚ ਚੱਲ ਰਹੇ ਪ੍ਰੋਗਰਾਮਸ ਨੂੰ ਇਨਪੁਟ ਆउटपुट ਯੰਤਰ ਅਲੋਟ ਕਰਨਾ ਤੇ ਜਦੋਂ ਉਹਨਾਂ ਦਾ ਕੰਮ ਖਤਮ ਹੋ ਜੇ ਤੇ ਇਨਪੁਟ ਆउटपुट ਯੰਤਰ ਕਿਸੇ ਹੋਰ ਪ੍ਰੋਗਰਾਮ ਨੂੰ ਦੇਣਾ। ਚੌਥਾ ਪੁਆਇੰਟ ਹੈ ਫਾਈਲ ਮੈਨੇਜਮੈਂਟ। ਤੁਹਾਨੂੰ ਪਤਾ ਹੈ ਕਿ ਕੰਪਿਊਟਰ ਦੇ ਵਿੱਚ ਜਦੋਂ ਅਸੀਂ ਕਿਸੇ ਜਾਣਕਾਰੀ ਨੂੰ ਜਾਂ ਕਿਸੇ ਸੂਚਨਾ ਨੂੰ ਸਟੋਰ ਕਰਨਾ ਹੋਵੇ ਤੇ ਉਹ ਫਾਈਲ ਵਿੱਚ ਸਟੋਰ ਹੁੰਦੀ ਹੈ। ਤੇ ਫਾਈਲ ਮੈਨੇਜਮੈਂਟ ਦਾ ਅਰਥ ਹੈ ਫਾਈਲਾਂ ਦਾ ਪ੍ਰਬੰਧ ਕਰਨਾ। ਤੇ ਫਾਈਲਾਂ ਦਾ ਪ੍ਰਬੰਧ ਕਰਨ ਦਾ ਮਤਲਬ ਹੁੰਦਾ ਹੈ ਕਿ ਕਿਸੇ ਫਾਈਲ ਨੂੰ ਬਣਾਉਣਾ, ਫਾਈਲ ਨੂੰ ਡਿਲੀਟ ਕਰਨਾ, ਫਾਈਲ ਨੂੰ ਕਾਪੀ ਕਰਨਾ, ਫਾਈਲ ਨੂੰ ਮੂਵ ਕਰਨਾ ਆਦਿ। मतलब कि फाइल मैनेजमेंट का काम भी कौन करता है ऑपरेटिंग सिस्टम। ਤੇ ਪੰਜਵਾਂ ਪੁਆਇੰਟ ਹੈ ਸੁਰੱਖਿਆ। ਇਸ ਦਾ ਅਰਥ ਹੈ ਕਿ ऑपरेटिंग सिस्टम कंप्यूटर ਦੇ ਪ੍ਰੋਗਰਾਮ ਨੂੰ ਸੁਰੱਖਿਆ ਪ੍ਰਦਾਨ करना कि ਜਿਹੜਾ ऑपरेटिंग सिस्टम है वो कंप्यूटर के प्रोग्रामां ਨੂੰ ਸੁਰੱਖਿਆ भी प्रदान करता है। ਸੁਰੱਖਿਆ मतलब कि कोई प्रोग्राम दूजे प्रोग्राम ਦੇ ਵਿੱਚ इंटरफेरेंस नहीं कर सकता, दूसरे प्रोग्राम ਨੂੰ खराब नहीं कर सकता। ਤੇ ਇਹਦੇ ਨਾਲ कंप्यूटर सिस्टम ਨੂੰ ਸੁਰੱਖਿਆ प्रदान करता है। ਕਿੱਦਾਂ करता है कि जेकर ਅਸੀਂ सिस्टम ਨੂੰ पासवर्ड लगा दिए तो वो पर्सन ही सिस्टम ਨੂੰ ओपन कर सकता है ਜਿਹਦੇ ਕੋਲ पासवर्ड ਹੋਵੇਗਾ। ਜਿਹਦੇ ਕੋਲ पासवर्ड नहीं ਹੋਵੇਗਾ ਉਹ कंप्यूटर ਨੂੰ ओपन नहीं कर पावेगा। ਤੇ ਅਸੀਂ ਕਹਿ ਸਕਦੇ ਹਾਂ कि ऑपरेटिंग सिस्टम ਸੁਰੱਖਿਆ भी प्रदान करता है ਫਾਈਲਾਂ ਨੂੰ ਤੇ ਨਾਲ ਸਾਡੇ ਕੰਪਿਊਟਰ ਸਿਸਟਮ ਨੂੰ। ਦੂਜਾ ਪ੍ਰਸ਼ਨ ਹੈ ਲਾਈਨਕਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ। ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਸ ਤਰ੍ਹਾਂ ਵਿੰਡੋਜ਼ 7, ਵਿੰਡੋ 10, ਵਿੰਡੋ 8 ਆਪਰੇਟਿੰਗ ਸਿਸਟਮ ਨੇ ਉਸੇ ਤਰ੍ਹਾਂ ਇੱਕ ਲਾਈਨਕਸ ਵੀ ਕੀ ਹੈਗਾ ਆਪਰੇਟਿੰਗ ਸਿਸਟਮ। ਜਿਹੜਾ ਲਾਈਨਕਸ ਆਪਰੇਟਿੰਗ ਸਿਸਟਮ ਹੈ ਇਹ ਵਿੰਡੋ ਆਪਰੇਟਿੰਗ ਸਿਸਟਮ ਨਾਲੋਂ ਜ਼ਿਆਦਾ ਸਿਕਿਉਰ ਹੈ ਕਿਉਂਕਿ ਇਹਦੇ ਵਿੱਚ ਥੋੜੀ ਕਿਤੇ ਵਾਇਰਸ ਨਹੀਂ ਆਉਂਦਾ। ਤੇ ਲਾਈਨਕਸ ਜਿਹੜਾ ਹੈਗਾ ਇਹ ਕਹਿ ਸਕਦੇ ਹਾਂ ਕਿ ਇੱਕ ਓਪਨ ਸੋਰਸ ਆਪਰੇਟਿੰਗ ਸਿਸਟਮ ਹੁੰਦਾ ਹੈ ਤੇ ਇਹ ਮੁਫਤ ਵਿੱਚ ਉਪਲਬਧ ਹੁੰਦਾ ਹੈ। ਇਹਨੂੰ ਅਸੀਂ ਕੋਈ ਵੀ ਇਹਨੂੰ ਡਾਊਨਲੋਡ ਕਰ ਸਕਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਵਿਸ਼ੇਸ਼ਤਾਵਾਂ ਦੀ। ਪਹਿਲਾ ਹੈ ਪੋਰਟੇਬਲ। ਪੋਰਟੇਬਲ ਦੇ ਨਾਮ ਤੋਂ ਹੀ ਕਲੀਅਰ ਹੈ। ਇਸ ਦਾ ਅਰਥ ਹੈ ਕਿ ਲਾਈਨਕਸ ਆਪਰੇਟਿੰਗ ਸਿਸਟਮ ਦੇ ਪ੍ਰੋਗਰਾਮ ਨੂੰ ਕਿਸੇ ਵੀ ਹਾਰਡਵੇਅਰ ਪਲੇਟਫਾਰਮ ਤੇ ਰਨ ਕੀਤਾ ਜਾ ਸਕਦਾ ਹੈ। मतलब कि कुछ ऑपरेटिंग सिस्टम होंगे ने जिहड़े एक ही हार्डवेयर प्लेटफॉर्म ते काम करते हैं बट लाइनक्स एक अजिहा ऑपरेटिंग सिस्टम है जिसनों असी जिस मर्जी हार्डवेयर ते चला सकते हैं या जिस मर्जी हार्डवेयर ते रन कर सकते हाँ। नंबर 2 ओपन सोर्स। इसका अर्थ है कि लाइनक्स सोर्स कोड मुफ्त विच उपलब्ध है। लाइनक्स ऑपरेटिंग सिस्टम की योग्यता ਨੂੰ ਵਧਾਉਣ ਲਈ ਮਲਟੀਪਲ ਟੀਮਾਂ ਕੰਮ ਕਰਦੀਆਂ ਹਨ ਅਤੇ ਇਹ ਲਗਾਤਾਰ ਵਿਕਸਿਤ ਹੋ ਰਿਹਾ ਹੈ। मतलब कि ਇਹਦੀ ਡਿਮਾਂਡ ਕਾਫੀ ਜ਼ਿਆਦਾ ਵੱਧ ਰਹੀ ਹੈ। मतलब कि ਜਿੰਨੇ ਵੀ ਸਾਡੇ ਇੰਟਰਨੈਟ ਸਰਵਰ ਲੱਗੇ ਨੇ ਉਹ ਮੈਕਸਿਮਮ ਲਾਈਨਕਸ ਬੇਸ ਨੇ। ਤੁਹਾਨੂੰ ਪਹਿਲੇ ਵੀ ਦੱਸਿਆ ਕਿ ਲਾਈਨਕਸ ਬੇਸ ਜਿਹੜੇ ਸਿਸਟਮ ਹੁੰਦੇ ਨੇ ਆਪਰੇਟਿੰਗ ਸਿਸਟਮ ਹੁੰਦੇ ਨੇ ਇਹਨਾਂ 'ਚ ਵਾਇਰਸ ਘੱਟ ਆਉਂਦਾ। ਨੰਬਰ 3 ਮਲਟੀ ਯੂਜ਼ਰ। ਮਲਟੀ ਦਾ ਮਤਲਬ ਹੁੰਦਾ ਇੱਕ ਤੋਂ ਵੱਧ ਤੇ ਯੂਜ਼ਰ ਦਾ ਮਤਲਬ ਕਿ ਜਿਹੜਾ ਬੰਦਾ ਕੰਪਿਊਟਰ ਨੂੰ ਯੂਜ਼ ਕਰ ਰਿਹਾ ਹੈ। ਇਸ ਦਾ ਅਰਥ ਹੈ ਕਿ ਇੱਕ ਸਮੇਂ ਤੇ ਇੱਕ ਤੋਂ ਵੱਧ ਯੂਜ਼ਰ ਕੰਮ ਕਰ ਸਕਦੇ ਹਨ। मतलब कि मल्टी यूजर ऑपरेटिंग सिस्टम दे विच अलग-अलग यूजर जिहड़े है वो सिस्टम ते काम कर सकते हैं नैटवर्क की हेल्प नाल। नैक्सट मल्टी प्रोग्रामिंग।
ਮਲਟੀ ਦਾ ਮਤਲਬ ਇੱਕ ਤੋਂ ਜ਼ਿਆਦਾ ਤੇ ਪ੍ਰੋਗਰਾਮਿੰਗ ਦਾ ਮਤਲਬ ਪ੍ਰੋਗਰਾਮ। ਇਹਦਾ ਮਤਲਬ ਇਹ ਹੈ ਕਿ ਅਸੀਂ ਇਸ ਦੀ ਮਦਦ ਨਾਲ ਕੰਪਿਊਟਰ ਤੇ ਮਲਟੀਪਲ ਐਪਲੀਕੇਸ਼ਨਸ ਰਨ ਕਰ ਸਕਦੇ ਹਾਂ। ਮੀਨਸ ਇਸ ਦਾ ਅਰਥ ਹੈ ਕਿ ਇੱਕ ਸਮੇਂ ਵਿੱਚ ਇੱਕ ਸਮੇਂ ਤੇ ਅਸੀਂ ਇੱਕ ਤੋਂ ਵੱਧ ਪ੍ਰੋਗਰਾਮ ਰਨ ਕਰ ਸਕਦੇ ਹਾਂ। ਪੰਜਵਾਂ ਪੁਆਇੰਟ ਹੈ ਸੁਰੱਖਿਆ। ਇਸ ਦਾ ਅਰਥ ਹੈ ਕਿ ਲਾਇਨਕਸ ਆਪਰੇਟਿੰਗ ਸਿਸਟਮ ਕੰਪਿਊਟਰ ਦੇ ਪ੍ਰੋਗਰਾਮ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ। ਸੁਰੱਖਿਆ ਪ੍ਰਦਾਨ ਦਾ ਮਤਲਬ ਜਿਵੇਂ ਕਿ ਪਾਸਵਰਡ ਪ੍ਰੋਟੈਕਸ਼ਨ। ਪਾਸਵਰਡ ਪ੍ਰੋਟੈਕਸ਼ਨ ਦਾ ਮਤਲਬ ਕਿ ਜੇਕਰ ਸਿਸਟਮ ਤੇ ਪਾਸਵਰਡ ਲੱਗਿਆ ਹੈ, ਤੁਹਾਨੂੰ ਪਹਿਲੇ ਵੀ ਦੱਸਿਆ ਕਿ ਕੋਈ ਯੂਜ਼ਰ ਸਿਸਟਮ ਨੂੰ ਓਪਨ ਨਹੀਂ ਕਰ ਸਕਦਾ, ਉਹ ਯੂਜ਼ਰ ਹੀ ਸਿਸਟਮ ਨੂੰ ਓਪਨ ਕਰ ਸਕਦਾ ਹੈ ਜਿਹਦੇ ਕੋਲ ਪਾਸਵਰਡ ਹੋਵੇਗਾ। ਇਸ ਤੋਂ ਇਲਾਵਾ ਲਾਇਨਕਸ ਦੇ ਅੰਦਰ ਇਨਕ੍ਰਿਪਸ਼ਨ ਦਾ ਆਪਸ਼ਨ ਵੀ ਹੁੰਦਾ ਹੈ। ਇਨਕ੍ਰਿਪਸ਼ਨ ਦਾ ਮਤਲਬ ਹੁੰਦਾ ਹੈ ਡਾਟਾ ਨੂੰ ਕੋਡ ਵਰਡ 'ਚ ਬਦਲਣਾ, ਕਿ ਜਦੋਂ ਡਾਟਾ ਕੋਡ ਵਰਡ 'ਚ ਬਦਲਿਆ ਜਾਏਗਾ ਤਾਂ ਕੋਈ ਹੋਰ ਯੂਜ਼ਰ ਉਸ ਨੂੰ ਨਹੀਂ ਪੜ੍ਹ ਸਕੇਗਾ ਤੇ ਕੋਡ ਵਰਡ ਨੂੰ ਦੁਬਾਰਾ ਡਿਕ੍ਰਿਪਟ ਕਰਨਾ ਪੈਂਦਾ ਹੈ, ਡਿਕ੍ਰਿਪਸ਼ਨ ਲਗਾਉਣੀ ਪੈਂਦੀ ਹੈ ਜਿਹਦੇ ਨਾਲ ਦੁਬਾਰਾ ਓਰੀਜਨਲ ਰੂਪ 'ਚ ਲਿਆਂਦਾ ਜਾ ਸਕੇ। ਛੇਵਾਂ ਤੇ ਲਾਸਟ ਪੁਆਇੰਟ ਹੈ ਸ਼ੈਲ। ਸ਼ੈਲ ਇੱਕ ਕਮਾਂਡ ਇੰਟਰਪ੍ਰੇਟਰ ਹੈ। ਇੰਟਰਪ੍ਰੇਟਰ ਬੋਲਦੇ ਆ ਜਿਹੜਾ ਟਰਾਂਸਲੇਟ ਕਰਦਾ ਹੈ। ਇਸ ਦੀ ਵਰਤੋਂ ਲਾਇਨਕਸ ਆਪਰੇਟਿੰਗ ਸਿਸਟਮ ਦੀਆਂ ਕਮਾਂਡਾਂ ਨੂੰ ਲਾਗੂ ਕਰਨ ਲਈ ਕੀਤੀ ਜਾਂਦੀ ਹੈ। ਕਮਾਂਡਾਂ ਹੁੰਦੀਆਂ ਹਦਾਇਤਾਂ ਜਾਂ ਇੰਸਟਰਕਸ਼ਨ, ਕਿ ਜਿੰਨੀਆਂ ਵੀ ਲਾਇਨਕਸ ਦੇ ਅੰਦਰ ਕਮਾਂਡਾਂ ਨੇ ਜਾਂ ਹਦਾਇਤਾਂ ਨੇ ਉਹਨਾਂ ਨੂੰ ਕੌਣ ਲਾਗੂ ਕਰਦਾ ਹੈ? ਸ਼ੈਲ। ਇਸ ਦੀ ਵਰਤੋਂ ਵੱਖਰੇ ਵੱਖਰੇ ਆਪਰੇਸ਼ਨ, ਐਪਲੀਕੇਸ਼ਨ ਪ੍ਰੋਗਰਾਮਸ ਆਦਿ ਨੂੰ ਬੁਲਾਉਣ ਲਈ ਕੀਤੀ ਜਾਂਦੀ ਹੈ। ਮਤਲਬ ਕਿ ਸ਼ੈਲ ਦੀ ਮਦਦ ਨਾਲ ਅਸੀਂ ਆਪਰੇਸ਼ਨ ਦੇ ਵੱਖਰੇ ਵੱਖਰੇ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜਿੰਨੇ ਵੀ ਇਹਦੇ ਅੰਦਰ ਐਪਲੀਕੇਸ਼ਨ ਸੌਫਟਵੇਅਰ ਜਾਂ ਐਪਲੀਕੇਸ਼ਨ ਪ੍ਰੋਗਰਾਮ ਚੱਲਦੇ ਨੇ, ਜੇਕਰ ਉਹਨਾਂ ਨੂੰ ਅਸੀਂ ਕਾਲ ਕਰਨਾ ਚਾਹੁੰਦੇ ਹਾਂ ਤਾਂ ਕਿਹਦੀ ਮਦਦ ਨਾਲ ਕਰਾਂਗੇ? ਸ਼ੈਲ ਦੀ ਮਦਦ ਨਾਲ। ਜੇਕਰ ਤੁਹਾਡੀ ਕੋਈ ਕੁਐਰੀ, ਕੁਐਸਚਨ ਜਾਂ ਸੁਜੈਸ਼ਨ ਹੈ ਤਾਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ। ਅਤੇ ਜੇਕਰ ਤੁਸੀਂ ਅਜੇ ਤੱਕ ਮੇਰੇ ਇਸ YouTube ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਮੇਰੀਆਂ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਧੰਨਵਾਦ।